ਇਜ਼ਰਾਈਲ ਫਲਸਤੀਨ ਸੰਘਰਸ਼ ਦਾ ਕੀ ਇਤਿਹਾਸ ਹੈ। ਆਓ ਅੱਜ ਤੁਹਾਨੂੰ ਅਜਿਹੀ ਜਾਣਕਾਰੀ ਦਈਏ ਜਿਹੜੀ ਤੁਹਾਨੂੰ ਬਹੁਤੇ ਥਾਵਾਂ ਤੇ ਨਹੀਂ ਮਿਲੇਗੀ। ਇਜ਼ਰਾਈਲ ਦਾ ਜਨਮ। ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ ਤਾਂ ਤੁਸੀਂ ਬਹੁਤ ਹੀ ਸਰਲ ਭਾਸ਼ਾ ਵਿੱਚ ਪਿਛਲੇ 4000 ਸਾਲਾਂ ਦੀ ਹਰ ਜਾਣਕਾਰੀ ਜਾਣ ਸਕੋਗੇ। ਉਹ ਖੇਤਰ ਜਿਸ ਨੂੰ ਅੱਜ ਲੈਵੈਂਟ ਖੇਤਰ ਕਿਹਾ ਜਾਂਦਾ ਹੈ, ਜਿੱਥੇ ਆਧੁਨਿਕ ਇਜ਼ਰਾਈਲ ਅਤੇ ਫਿਲਿਸਤੀਨ ਸਥਿਤ ਹੈ, 4000 ਸਾਲ ਪਹਿਲਾਂ ਇਸ ਨੂੰ ਕੈਨਨ ਕਿਹਾ ਜਾਂਦਾ ਸੀ। ਇਹ ਤਿੰਨ ਮਹਾਦਵੀਪਾਂ ਅਤੇ ਤਿੰਨ ਪ੍ਰਾਚੀਨ ਸੱਭਿਅਤਾਵਾਂ ਮਿਸਰ, ਯੂਨਾਨੀ, ਮੈਸੋਪੋਟਾਮੀਆ ਦਾ ਮਿਲਣ ਦਾ ਸਥਾਨ ਸੀ। ਉੱਥੇ ਇੱਕ ਜਗ੍ਹਾ ਜੇਰੂਸਲਮ ਸਭ ਤੋਂ ਮਹੱਤਵਪੂਰਨ ਹੈ। 4000 ਸਾਲ ਪਹਿਲਾਂ ਹਿਬਰੂ ਬਾਈਬਲ ਦੇ ਅਨੁਸਾਰ ਪਰਮੇਸ਼ਰ ਨੇ ਅਬਰਾਹਮ ਨੂੰ ਕਨਾਨ ਵਿੱਚ ਵਸਣ ਲਈ ਭੇਜਿਆ। ਅਬਰਾਹਮ ਜੇਰੂਸਲਮ ਵਿੱਚ ਵਸ ਗਿਆ। ਉਸ ਨੂੰ 2 ਪੁੱਤਰ ਮਿਲੇ, ਇਸਹਾਕ ਅਤੇ ਇਸਮਾਇਲ। ਬਾਅਦ ਵਿੱਚ ਇਸਹਾਕ ਯਹੂਦੀ ਅਤੇ ਈਸਾਈ ਵੰਸ਼ ਦੀ ਸ਼ੁਰੂਆਤ ਕਰੇਗਾ। ਇਸਮਾਇਲ ਇਸਲਾਮੀ ਵੰਸ਼ ਦੀ ਸ਼ੁਰੂਆਤ ਕਰੇਗਾ। ਇਸਹਾਕ ਨੂੰ ਇੱਕ ਸੈਨ ਜੈਕਬ ਮਿਲਦਾ ਹੈ। ਜੈਕਬ ਦਾ ਇੱਕ ਹੋਰ ਨਾਮ ਹੈ ਇਜ਼ਰਾਈਲ। ਯਾਕੂਬ ਦੇ ਸਾਰੇ ਵੰਸ਼ਜ ਨੂੰ ਇਜ਼ਰਾਈਲ ਕਿਹਾ ਜਾਵੇਗਾ ਅਤੇ ਉਹ ਇੱਕ ਧਰਮ ਸ਼ੁਰੂ ਕਰਨਗੇ, ਯਹੂਦੀ। ਇਜ਼ਰਾਈਲੀਆਂ ਨੇ ਕਨਾਨ ਉੱਤੇ ਕਬਜ਼ਾ ਕਰ ਲਿਆ ਹੈ। ਯਾਕੂਬ ਦੇ 12 ਪੁੱਤਰ ਸਨ। ਉਸਨੇ ਇਜ਼ਰਾਈਲ ਨੂੰ 12 ਹਿੱਸਿਆਂ ਵਿੱਚ ਵੰਡਿਆ। ਉਸਦੇ ਸਾਰੇ 12 ਪੁੱਤਰ ਯਹੂਦੀਆਂ ਦੇ 12 ਕਬੀਲੇ ਸ਼ੁਰੂ ਕਰਨਗੇ। 3000 ਸਾਲ ਪਹਿਲਾਂ ਯਹੂਦੀ ਜੇਰੂਸਲਮ ਉੱਤੇ ਕਬਜ਼ਾ ਕਰ ਲੈਣਗੇ, ਪਰ ਡੇਵਿਡ, ਜੋ ਕਿ ਯਹੂਦੀ ਬਲੱਡ ਲਾਈਨ ਨਾਲ ਸੰਬੰਧਿਤ ਹੈ, ਜੇਰੂਸਲਮ ਉੱਤੇ ਦੁਬਾਰਾ ਕਬਜ਼ਾ ਕਰੇਗਾ ਅਤੇ ਉੱਥੇ ਯਹੂਦੀ ਨਿਯਮ ਸਥਾਪਿਤ ਕਰੇਗਾ। ਯਹੂਦੀ ਉੱਥੇ ਕੁਝ ਸਮਾਂ ਰਾਜ ਕਰਨਗੇ, ਫਿਰ ਕੁਝ ਹੋਰ ਕਬੀਲੇ ਕਰਨਗੇ। ਸਮਾਂ ਆਵੇਗਾ ਜਦੋਂ ਪੋਲੀਥੀਸਟ ਰੋਮਨ 50 BC ਵਿੱਚ ਇਜ਼ਰਾਈਲ ਉੱਤੇ ਕਬਜ਼ਾ ਕਰ ਲਵੇਗਾ। 2000 ਸਾਲ ਪਹਿਲਾਂ ਦੱਖਣੀ ਹਿੱਸੇ ਵਿੱਚ ਇੱਕ ਫਲਿਸਤੀ ਕਬੀਲਾ ਹੁੰਦਾ ਸੀ ਜਿਸ ਦੀ ਇਸਰਾਈਲੀ ਨਾਲ ਦੁਸ਼ਮਣੀ ਸੀ, ਜੋ 300 ਈਸਵੀ ਵਿੱਚ ਖਤਮ ਹੋ ਜਾਵੇਗੀ। ਰੋਮਨ ਇਜ਼ਰਾਈਲ ਦਾ ਨਾਮ ਬਦਲ ਕੇ ਫਲਿਸਤੀਨ ਕਰ ਦੇਵੇਗਾ। ਜੇਰੂਸਲਮ ਤੋਂ 10 ਕਿਲੋਮੀਟਰ ਦੂਰ ਯਿਸੂ ਮਸੀਹ ਇੱਕ ਯਹੂਦੀ ਪਰਿਵਾਰ ਵਿੱਚ ਪੈਦਾ ਹੋਵੇਗਾ। ਉਸ ਨੂੰ ਰੋਮੀਆਂ ਅਤੇ ਯਹੂਦੀਆਂ ਦੁਆਰਾ ਸਲੀਬ ਦਿੱਤੀ ਜਾਵੇਗੀ। ਉਸ ਦੇ ਪੈਰੋਕਾਰ ਇੱਕ ਨਵਾਂ ਧਰਮ ਸ਼ੁਰੂ ਕਰਨਗੇ, ਈਸਾਈ ਧਰਮ, ਅਤੇ ਉੱਥੋਂ ਫਿਲਿਸਤੀਨ ਇਜ਼ਰਾਈਲ ਵਿੱਚ ਈਸਾਈ ਰਾਜ ਸ਼ੁਰੂ ਹੋਵੇਗਾ। ਯਹੂਦੀਆਂ ਅਤੇ ਈਸਾਈ ਵਿਚਕਾਰ ਸੰਘਰਸ਼ ਸ਼ੁਰੂ ਹੋ ਜਾਵੇਗਾ। ਯਹੂਦੀ ਉਸ ਇਲਾਕੇ ਨੂੰ ਛੱਡ ਕੇ ਦੂਜੇ ਇਲਾਕਿਆਂ ਵਿੱਚ ਚੱਲ ਜਾਣਗੇ। 1400 ਸਾਲ ਪਹਿਲਾਂ 620 ਈਸਵੀ ਪੈਗੰਬਰ ਮੁਹੰਮਦ ਦਾ ਜਨਮ ਮੱਕਾ ਵਿਖੇ ਹੋਇਆ ਹੈ, ਜੋ ਫਿਲਿਸਤੀਨ ਦੇ ਦੱਖਣ ਵੱਲ ਹੈ। ਮੁਸਲਮਾਨਾਂ ਦਾ ਮੰਨਣਾ ਹੈ ਕਿ ਮੁਹੰਮਦ ਨੂੰ ਇੱਕ ਰਾਤ ਚਮਤਕਾਰੀ ਢੰਗ ਨਾਲ ਮੱਕਾ ਤੋਂ ਜੇਰੂਸਲਮ ਦੇ ਟੈਂਪਲ ਮਾਊਂਟ ਤੱਕ ਪਹੁੰਚਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਇਸਲਾਮ ਦੇ ਪਿਛਲੇ ਪੈਗੰਬਰਾਂ ਨੂੰ ਮਿਲਣ ਲਈ ਸਵਰਗ ਗਏ ਸਨ। ਉਸ ਤੋਂ ਬਾਅਦ ਮੁਸਲਿਮ ਰਾਜੇ ਜੇਰੂਸਲਮ ਤੇ ਹਮਲਾ ਕਰਨਗੇ ਅਤੇ ਹੁਣ ਅਗਲੇ 1400 ਸਾਲ ਜ਼ਿਆਦਾਤਰ ਸਮਾਂ ਇਹ ਇਸਲਾਮੀ ਸ਼ਾਸਨ ਅਧੀਨ ਹੋਵੇਗਾ। 1000 ਈਸਵੀ ਤੋਂ 1300 ਈਸਵੀ ਤੱਕ ਜੇਰੂਸਲਮ ਲਈ ਈਸਾਈ ਅਤੇ ਮੁਸਲਮਾਨਾਂ ਵਿਚਕਾਰ 8 ਜੰਗਾਂ ਲੜੀਆਂ ਜਾਣਗੀਆਂ। ਇਹਨਾਂ ਯੁੱਧਾਂ ਨੂੰ ਕਰੂਸੇਡ ਕਿਹਾ ਜਾਵੇਗਾ। ਪਰ ਯੁੱਧਾਂ ਦੇ ਅੰਤ ਵਿੱਚ ਜੇਰੂਸਲਮ ਮੁਸਲਮਾਨਾਂ ਓਟੋਮਨ ਸਾਮਰਾਜ ਕੋਲ ਚਲਾ ਜਾਵੇਗਾ। ਹੁਣ ਆਈਏ 1750 ਈਸਵੀ। ਹੁਣ ਈਸਾਈਅਤ ਸਾਰੇ ਯੂਰਪ ਵਿੱਚ ਫੈਲ ਗਈ ਹੈ ਅਤੇ ਮੱਧ ਪੂਰਬ ਵਿੱਚ ਇਸਲਾਮ ਫੈਲ ਗਈ ਹੈ। ਯਹੂਦੀਆਂ ਦਾ ਕੋਈ ਵਤਨ ਨਹੀਂ ਹੈ, ਉਹ ਖਿੰਡੇ ਹੋਏ ਹਨ। ਉਹਨਾਂ ਨੂੰ ਚਰਚ ਤੋਂ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਈਬਲ ਅਤੇ ਕੁਰਾਨ ਪੈਸੇ ਉਧਾਰ ਦੇਣ ਦੀ ਇਜਾਜ਼ਤ ਨਹੀਂ ਦਿੰਦਾ, ਪਰ ਯਹੂਦੀਆਂ ਕੋਲ ਅਜਿਹੀ ਕੋਈ ਧਾਰਮਿਕ ਸੀਮਾ ਨਹੀਂ ਹੈ। ਸੰਸਾਰ ਹੁਣ ਵਪਾਰਕ ਕ੍ਰਾਂਤੀ ਅਤੇ ਉਦਯੋਗਿਕ ਕ੍ਰਾਂਤੀ ਵਿੱਚੋਂ ਲੰਘ ਰਿਹਾ ਹੈ। ਯਹੂਦੀ ਇਸ ਮੌਕੇ ਨੂੰ ਭੁਨਾਉਂਦੇ ਹੋਏ ਉਧਾਰ ਦੇਣ ਦਾ ਕਾਰੋਬਾਰ ਸ਼ੁਰੂ ਕਰਦੇ ਹਨ। ਉਹਨਾਂ ਵਿੱਚੋਂ ਸਭ ਤੋਂ ਵੱਧ ਇੱਕ ਜਰਮਨੀ ਆਧਾਰਿਤ ਯਹੂਦੀ ਮੇਅਰ ਐਮਸ਼ੈਲ ਰੋਥਚਾਈਲਡ ਹੈ। ਉਹ ਬੈਂਕਿੰਗ ਸ਼ੁਰੂ ਕਰਦਾ ਹੈ। ਜਲਦੀ ਹੀ ਉਸਨੇ ਬੈਂਕ ਆਫ ਇੰਗਲੈਂਡ ਨੂੰ ਹਾਸਲ ਕਰ ਲਿਆ। ਉਹ ਅਤੇ ਉਸਦੇ ਹੋਰ ਦੋਸਤ ਬੈਂਕਿੰਗ ਕਾਰੋਬਾਰ ਰਾਹੀਂ ਬਹੁਤ ਪੈਸਾ ਕਮਾਉਂਦੇ ਹਨ। ਬਾਅਦ ਵਿੱਚ ਉਸਦੇ 5 ਪੁੱਤਰ ਲੰਡਨ, ਪੈਰਿਸ, ਫਰੈਂਕਫਰਟ, ਵਿਆਨਾ ਅਤੇ ਨੇਪਲਜ਼ ਵਿੱਚ ਬੈਂਕਿੰਗ ਸ਼ੁਰੂ ਕਰਦੇ ਹਨ। 1776 ਬਾਵੇਰੀਆ, ਜਰਮਨੀ। ਰੋਥਸਚਾਈਲਡ ਯਹੂਦੀ ਪ੍ਰੋਫੈਸਰ ਐਡਮ ਵੈਸ਼ੋਪਟ ਨੂੰ ਮਿਲਦਾ ਹੈ ਅਤੇ ਉਸਦੇ ਪੈਸੇ ਰਾਹੀਂ ਵੈਸ਼ੋਪਟ ਨੇ ਇੱਕ ਗੁਪਤ ਸਮਾਜ ਇਲੂਮੀਨਾਟੀ ਸ਼ੁਰੂ ਕੀਤਾ। ਉਹ ਆਪਣੇ ਸਮਾਜ ਵਿੱਚ ਅਮੀਰ ਕੁਲੀਨ ਲੋਕਾਂ ਨੂੰ ਭਰਤੀ ਕਰਦਾ ਹੈ। ਉਸ ਤੋਂ ਬਾਅਦ ਹੁਣ ਤੱਕ ਵਾਪਰੀ ਲਗਭਗ ਹਰ ਘਟਨਾ ਵਿੱਚ
इल्यूमिनाटी बहुत प्रभावशाली भूमिका निभाएगी। रोथशाइल्ड परिवार अमरीकी क्रांति 1778, फ्रांसीसी क्रांति 1799, ब्रिटिश नेपोलियन वार्ड 1815, कार्ल मार्क्स 1850 ਲਈ ਵਿੱਤ ਵੀ ਅਰੇਂਜ ਕਰੇਗਾ। ਹੁਣ ਸਿੱਧਾ ਚੱਲੀਏ 1897 ਵੱਲ। ਹੁਣ ਦੁਨੀਆ ਬਦਲ ਚੁੱਕੀ ਹੈ। ਕਈ ਦੇਸ਼ਾਂ ਵਿੱਚ ਰਾਜ ਚਲਾ ਗਿਆ ਹੈ ਅਤੇ ਲੋਕਤੰਤਰ ਆ ਗਿਆ ਹੈ। 1897 ਬਾਸੇਲ ਸਵਿਟਜ਼ਰਲੈਂਡ। ਹੁਣ ਰੋਥਸ਼ਾਇਲਡ ਪਰਿਵਾਰ ਗ੍ਰਹਿ ਦਾ ਸਭ ਤੋਂ ਅਮੀਰ ਪਰਿਵਾਰ ਹੈ। ਦੁਨੀਆ ਦੀ ਬੈਂਕਿੰਗ ਤੇ ਪੈਸਾ ਦਾ ਸਾਰਾ ਪ੍ਰਵਾਹ ਯਹੂਦੀਆਂ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਉਹਨਾਂ ਦੇ ਸਾਰੇ ਸਰਕਾਰਾਂ ਅਤੇ ਨੇਤਾਵਾਂ ਨਾਲ ਚੰਗੇ ਸੰਪਰਕ ਹਨ। ਪਹਿਲੀ ਜ਼ਿਓਨਿਸਟ ਕਾਂਗਰਸ ਬਾਸੇਲ ਵਿਖੇ ਆਯੋਜਿਤ ਕੀਤੀ ਗਈ ਹੈ, ਜਿੱਥੇ 200 ਅਮੀਰ ਯਹੂਦੀ ਸਮਾਜ ਹਿੱਸਾ ਲੈਂਦੇ ਹਨ। 2000 ਸਾਲ ਪਹਿਲਾਂ ਗਵਾ ਚੁੱਕੇ ਆਪਣੇ ਵਤਨ ਇਜ਼ਰਾਈਲ ਨੂੰ ਵਾਪਸ ਲੈਣ ਦਾ ਮਤਾ ਲਿਆ ਗਿਆ ਹੈ। ਮੱਧ ਪੂਰਬ ਵਰਤਮਾਨ ਵਿੱਚ ਮੁਸਲਿਮ ਆਟੋਮਨ ਸਾਮਰਾਜ ਦਾ ਸ਼ਾਸਨ ਹੈ, ਜਿਸ ਵਿੱਚ ਪੂਰਾ ਮੱਧ ਪੂਰਬੀ ਅਰਬ ਖੇਤਰ ਸ਼ਾਮਿਲ ਹੈ, ਈਰਾਨ ਨੂੰ ਛੱਡ ਕੇ। ਉਹਨਾਂ ਦਾ ਪੁਰਾਣਾ ਇਜ਼ਰਾਈਲ ਹੁਣ ਅਰਬਾਂ ਦਾ ਘਰ ਹੈ। ਜੇਰੂਸਲਮ ਆਟੋਮਨ ਦੇ ਅਧੀਨ ਹੈ। 1901 ਆਟੋਮਨ ਯਹੂਦੀ ਬੈਂਕਰ ਫਿਲਿਸਤੀਨ ਦੇ ਬਦਲੇ ਤੁਰਕੀ ਦੇ ਵਿਦੇਸ਼ੀ ਕਰਜ਼ੇ ਨੂੰ ਘਟਾਉਣ ਦਾ ਪ੍ਰਬੰਧ ਕਰਨ ਲਈ ਆਟੋਮਨ ਸੁਲਤਾਨ ਨੂੰ ਸੌਦੇ ਦੀ ਪੇਸ਼ਕਸ਼ ਕਰਦੇ ਹਨ। ਤੁਰਕੀ ਦੇ ਸੁਲਤਾਨ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਤੁਰਕੀ ਅਤੇ ਫਿਲਿਸਤੀਨ ਦੀ ਮੁਸਲਿਮ ਆਬਾਦੀ ਨਾਲ ਵਿਸ਼ਵਾਸਘਾਤ ਹੋਵੇਗਾ। 1917 ਯੂਰਪ। ਜ਼ਿਓਨਿਸਟ ਨੂੰ 1917 ਵਿੱਚ ਇਜ਼ਰਾਈਲ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਹੈ। ਇੱਕ ਪਾਸੇ ਬਰਤਾਨੀਆ, ਫਰਾਂਸ, ਇਟਲੀ, ਰੂਸ ਹੈ। ਦੂਜੇ ਪਾਸੇ ਜਰਮਨੀ, ਆਸਟਰੋ ਹੰਗਰੀ, ਆਟੋਮਨ ਹੈ। ਜਰਮਨੀ ਬਹਾਦਰੀ ਨਾਲ ਲੜ ਰਿਹਾ ਹੈ ਤਾਂ ਬ੍ਰਿਟਿਸ਼ ਅਤੇ ਜ਼ਿਓਨਿਸਟ ਵਿਚਕਾਰ ਇੱਕ ਸੌਦਾ ਹੁੰਦਾ ਹੈ। ਡੀਲ ਹੈ, ਜ਼ਿਓਨਿਸਟ USA ਨੂੰ ਬਰਤਾਨੀਆ ਦੀ ਯੁੱਧ ਵਿੱਚ ਮਦਦ ਕਰਨ ਲਈ ਮਨਾਵੇਗਾ ਅਤੇ ਬਦਲੇ ਵਿੱਚ ਬ੍ਰਿਟੇਨ ਉਹਨਾਂ ਨੂੰ ਇਜ਼ਰਾਈਲ ਦੇਵੇਗਾ। ਬਰਤਾਨੀਆ ਦੋਹਰੀ ਖੇਡ ਖੇਡਦਾ ਹੈ। ਉਹ ਅਰਬਾਂ ਨਾਲ ਵੀ ਇਹੋ ਜਿਹਾ ਸੌਦਾ ਕਰਦੇ ਹਨ, ਜਿਸ ਵਿੱਚ ਅਰਬ ਬ੍ਰਿਟਿਸ਼ ਦਾ ਸਮਰਥਨ ਕਰੇਗਾ ਅਤੇ ਆਟੋਮਨ ਵਿਰੁੱਧ ਬਗਾਵਤ ਕਰੇਗਾ ਅਤੇ ਬ੍ਰਿਟੇਨ ਉਹਨਾਂ ਨੂੰ ਅਰਬ ਜ਼ਮੀਨ ਦੇ ਦੇਵੇਗਾ। ਜ਼ਿਓਨਿਸਟ ਨੇ USA ਨੂੰ ਬ੍ਰਿਟਿਸ਼ ਪਾਸਿਓਂ ਜੰਗ ਵਿੱਚ ਦਾਖਲ ਹੋਣ ਲਈ ਮਨਾ ਲਿਆ ਅਤੇ ਆਟੋਮਨ ਦੇ ਵਿਰੁੱਧ ਅਰਬ ਬਗਾਵਤ ਸ਼ੁਰੂ ਹੋਈ। ਬ੍ਰਿਟਿਸ਼ ਗੱਠਜੋੜ ਜੰਗ ਜਿੱਤ ਗਿਆ। ਬ੍ਰਿਟੇਨ ਅਤੇ ਫਰਾਂਸ ਨੇ ਆਟੋਮਨ ਰਾਜ ਤੇ ਕਬਜ਼ਾ ਕਰ ਲਿਆ ਅਤੇ ਬਰਾਬਰ ਵੰਡਿਆ। ਇਰਾਕ, ਸਾਊਦੀ ਅਰਬ, ਜਾਰਡਨ, ਲੈਬਨਾਨ, ਸੀਰੀਆ, ਤੁਰਕੀ ਆਦਿ। ਬਾਅਦ ਵਿੱਚ ਉਹ ਸਾਰੇ ਬਗਾਵਤ ਕਰਨਗੇ ਅਤੇ ਆਜ਼ਾਦ ਹੋ ਜਾਣਗੇ। ਹੁਣ ਫਿਲਿਸਤੀਨ ਦੀ ਗੱਲ ਆਉਂਦੀ ਹੈ, ਕਿਉਂਕਿ ਬ੍ਰਿਟਿਸ਼ ਨੇ ਦੋਨਾਂ ਜ਼ਿਓਨਿਸਟ ਅਤੇ ਅਰਬ ਨਾਲ ਵਾਅਦਾ ਕੀਤਾ ਸੀ, ਇਸ ਲਈ ਦੋਵੇਂ ਆਪਣੇ ਦੇਸ਼ ਦੀ ਮੰਗ ਕਰਦੇ ਹਨ। ਅੰਗਰੇਜ਼ਾਂ ਨੇ ਦੋਵਾਂ ਨੂੰ ਛੱਡ ਦਿੱਤਾ ਅਤੇ ਨਾ ਹੀ ਯਹੂਦੀ ਨੂੰ ਦਿੱਤਾ ਅਤੇ ਨਾ ਹੀ ਅਰਬ ਨੂੰ ਦਿੱਤਾ। ਇਸ ਨੂੰ ਬ੍ਰਿਟਿਸ਼ ਬਸਤੀ ਬਣਾ ਦਿੱਤਾ ਅਤੇ ਇਸ ਨੂੰ ਫਿਲਿਸਤੀਨ ਮੰਡੇਟ ਕਿਹਾ ਜਾਣ ਲੱਗ ਪਿਆ। ਇਸ ਦੌਰਾਨ ਦੁਨੀਆ ਭਰ ਦੇ ਜ਼ਿਓਨਿਸਟ ਫਿਲਿਸਤੀਨ ਵੱਲ ਪ੍ਰਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ। 1914 ਤੱਕ ਅਰਬ ਦੀ ਆਬਾਦੀ 7 ਲੱਖ ਹੋ ਗਈ। ਯਹੂਦੀ 50,000 ਸਨ। ਦੂਜੇ ਵਿਸ਼ਵ ਯੁੱਧ ਵਿੱਚ 1940 ਤੱਕ ਪ੍ਰਵਾਸ ਤੇਜ਼ੀ ਨਾਲ ਸ਼ੁਰੂ ਹੋਇਆ। ਉੱਥੇ ਹੁਣ 4.5 ਲੱਖ ਯਹੂਦੀ ਹਨ, ਜਦੋਂ ਕਿ ਅਰਬ ਲਗਭਗ ਇੱਕੋ ਜਿਹੇ ਹਨ। 1947 ਦੂਜਾ ਵਿਸ਼ਵ ਯੁੱਧ ਹੁਣ ਖਤਮ ਹੋ ਗਿਆ ਹੈ। ਜ਼ਿਓਨਿਸਟ ਨੇ ਬਰਤਾਨੀਆ ਅਤੇ ਸਹਿਯੋਗੀਆਂ ਨੂੰ ਜਿੱਤਣ ਵਿੱਚ ਮਦਦ ਕੀਤੀ ਅਤੇ ਉਹ ਇਜ਼ਰਾਈਲ ਚਾਹੁੰਦੇ ਹਨ। ਬ੍ਰਿਟਿਸ਼ ਕਲੋਨੀਆਂ ਨੂੰ ਹੁਣ ਆਜ਼ਾਦੀ ਮਿਲ ਗਈ ਹੈ। ਮੰਡੇਟ ਫਿਲਿਸਤੀਨ ਵਿੱਚ ਵੀ ਯਹੂਦੀਆਂ ਅਤੇ ਅਰਬਾਂ ਦੋਵਾਂ ਵੱਲੋਂ ਬਰਤਾਨੀਆ ਵਿਰੁੱਧ ਬਗਾਵਤ ਜਾਰੀ ਹੈ। ਯਹੂਦੀਆਂ ਦੀ ਹੁਣ ਯੂਰਪ ਅਤੇ ਅਮਰੀਕਾ ਵਿੱਚ ਬਹੁਤ ਪ੍ਰਭਾਵਸ਼ਾਲੀ ਸਥਿਤੀ ਹੈ। ਨਵੰਬਰ 1947 ਬ੍ਰਿਟੇਨ ਨੇ ਫਿਲਿਸਤੀਨ ਨੂੰ UNO ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। UNO ਨੇ ਫਿਲਿਸਤੀਨ ਨੂੰ 3 ਹਿੱਸਿਆਂ ਵਿੱਚ ਵੰਡਣ ਦਾ ਫੈਸਲਾ ਕੀਤਾ। ਇੱਕ ਹਿੱਸਾ ਯਹੂਦੀਆਂ ਨੂੰ ਜਾਂਦਾ ਹੈ, ਇਜ਼ਰਾਈਲ। ਇੱਕ ਹਿੱਸਾ ਅਰਬ ਫਿਲਿਸਤੀਨ ਨੂੰ ਜਾਂਦਾ ਹੈ। ਜੇਰੂਸਲਮ ਨੂੰ ਇਸ ਦੀ ਧਾਰਮਿਕ ਮਹੱਤਤਾ ਨੂੰ ਦੇਖਦੇ ਹੋਏ UNO ਦੇ ਅਧੀਨ ਰੱਖਿਆ ਗਿਆ ਹੈ। 14 ਮਈ 1948 ਇਜ਼ਰਾਈਲ ਦਾ ਜਨਮ ਹੋਇਆ। ਆਖਿਰਕਾਰ 2000 ਸਾਲਾਂ ਬਾਅਦ ਯਹੂਦੀਆਂ ਨੂੰ ਆਪਣਾ ਦੇਸ਼ ਇਜ਼ਰਾਈਲ ਵਾਪਸ ਮਿਲ ਗਿਆ। ਇਜ਼ਰਾਈਲ ਨੂੰ ਇੱਕ ਨਵਾਂ ਦੇਸ਼ ਘੋਸ਼ਿਤ ਕੀਤਾ ਗਿਆ ਹੈ। ਪਰ ਕੁਝ ਹੀ ਘੰਟਿਆਂ ਬਾਅਦ 6 ਸ਼ਕਤੀਸ਼ਾਲੀ ਦੇਸ਼ਾਂ ਨੇ ਇਜ਼ਰਾਈਲ ਤੇ ਚਾਰੋਂ ਦਿਸ਼ਾਵਾਂ ਤੋਂ ਹਮਲਾ ਕਰ ਦਿੱਤਾ।